ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰਸਟ ਚੈਰੀਟੇਬਲ ਅਤੇ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ। ਪੂਰੇ ਭਾਰਤ ਵਿੱਚ 18 ਵੱਖ-ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ CBSE ਤੇ ਆਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ, ਲੋੜਵੰਦ ਬੱਚੀਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ ਅਤੇ ਨਾਲ ਹੀ ਨੌਜਵਾਨ ਬੱਚੇ ਬੱਚੀਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ, ਮੈਂ ਦੱਸਿਓ ਮਾਰਗ ਸੰਤੋਖ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765 25850। ਕੌਲਾਂ ਜੀ ਭਲਾਈ ਕੇਂਦਰ ਟਰਸਟ ਅਤੇ ਭਾਈ ਗੁਰਿਕਪਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ 5 ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ ਵੱਡੇ ਅਸਰ, ਅਨਮੋਲ ਬਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ। ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765 25850। ਵਾਹਿਗੁਰੂ ਜੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ। ਕਰ ਕਿਰਪਾ ਪ੍ਰਭ ਸਾਧ ਵਾਹਿਗੁਰੂ ਕਰ ਕਿਰਪਾ ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਵੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਵੇਲੀ। ਕਰ ਕਿਰਪਾ ਤਪ ਲੋਏ ਲੋਏ ਹੱਥ ਮਰੋੜਾ, ਬਾਵਲ ਗੋਈ ਸੋ ਸ਼ਾਹ ਲੋੜਾ, ਤੈ ਸੋ ਮਨ ਮੈਂ ਯਾਰੋ ਮੁਝੇ ਅਵਗੁਣ ਸ਼ਹਿਨਾਈ ਦੋਸ,
तैसायु की मैं सार न जानी, यौवन खोए पाछे पचपन्नी। काली कोयल तू कित तू कर ली, अपने प्रीतम के हो फिर है जली। तेरे देहून कटे सोह पाए, या हुए कृपाल का प्रभु मिलाए। विदण खुई मोंद अकेली, ना को साथी ना को साथी। कर कृपा प्रभु साल कर कृपा कर कृपा। जहाँ फिर देखा ता मेरा अल्लाह बेली, कर कृपा प्रभु साध संग मेरी। कर वाट हमारी खरी उडीणी, खने तिखी बहुत पैनी। उस ऊपर मार्ग मेरा, शेख फरीदा पंथ समार सवेरा। उसी ऊपर है मार्ग मेरा, शेख फरीदा पंथ समार सवेरा। शेख फरीदा पंथ समार सवेरा। कर कृपा मेरी, कर कृपा प्रभु साध संग मेरी। जहाँ पर देखा ता मेरा अल्लाह बेली, जहाँ पर देखा था मेरा अल्लाह बेली। बाबा कर कृपा प्रभु साध संग मेरी। कर कृपा प्रभु साध संग मेरी। कर कृपा प्रभु साध संग मेले। कर कर कृपा प्रभु साध संग मेरी। कर कृपा प्रभु साध संग मेरी। जहाँ पर देखा था मेरा अल्लाह बेली,
ਸੰਗ ਮੇਲੇ ਕਰ ਕਿਰਪਾ ਪ੍ਰਭ ਸਾਧ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਸਾਰੀ ਸੰਗਤ ਪੱਤੇ ਪੱਤੇ ਵਿੱਚ ਵਸਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਨਿਆਵੀ ਉਮਰ 42 ਸਾਲ ਉਸ ਦੁਨਿਆਵੀ ਉਮਰ ਵਿੱਚ ਤੁਹਾਨੂੰ ਮੈਨੂੰ ਇਹੋ ਜਿਹੀ ਸੜਕ ਜਿਹੜੀ ਪਾਤਸ਼ਾਹ ਦੇ ਗਏ, ਜਿਹੜੀ ਸੜਕ ਸਿੱਧੀ ਸੱਚਖੰਡ ਜਾਂਦੀ ਹੈ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਦੇ ਪਿਆਰ ਵਿੱਚ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ। ਗੁਰੂ ਨਾਨਕ ਦੇ ਸਕੂਲ ਵਿੱਚ ਵੀ ਕਲਾਸਾਂ ਨੇ। ਅੱਜ ਤੀਜੀ ਕਲਾਸ ਦੀ ਵਾਰੀ ਹੈ। ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ, ਦੁਨਿਆਵੀ ਸਕੂਲ 'ਚ ਤੀਜੀ ਵਾਲਾ ਬੱਚਾ ਚੌਥੀ ਜਾਏਗਾ, ਚੌਥੀ ਵਾਲਾ ਪੰਜਵੀਂ ਜਾਏਗਾ, ਪਰ ਗੁਰੂ ਨਾਨਕ ਦੇ ਸਕੂਲ ਵਿੱਚ ਨਿਰਮਲ ਡਰ ਰੱਖਣਾ, ਨਿਰਮਲ ਭੈ ਰੱਖਣਾ। ਇੱਥੇ ਡਬਲ MA ਤੱਕ ਪਹੁੰਚਿਆ ਹੋਇਆ ਵੀ ਕੱਚੀ 'ਚ ਡਿੱਗ ਸਕਦਾ। ਆਖੋ ਸਤਿਨਾਮ। ਬਾਕੀ ਕਿਸੇ ਲਈ ਡਿੱਗ ਵੀ ਪਓ ਤੇ ਬਾਬੇ ਨੂੰ ਛੱਡਣਾ ਨਹੀਂ, ਆਪਣੇ ਬਾਬੇ ਦੇ ਚਰਨ ਫੜੀ ਰੱਖਣੇ। ਤੁਹਾਡੀ ਬਾਣੀ ਰਸਨਾ ਨਾਲ ਚੱਲੇ, ਚਲਾਈ ਜਾਓ, ਨੇਤਰਾਂ ਨਾਲ ਚੱਲੇ, ਚਲਾਈ ਜਾਓ, ਸੁਰਤੀ 'ਚ ਚੱਲੇ, ਚਲਾਈ ਜਾਓ। ਹੁਣ ਕਿਤੇ ਸੁਰਤੀ 'ਚ ਚੱਲਣੀ ਬੰਦ ਹੋ ਗਈ ਹੈ, ਕੋਈ ਨਹੀਂ, ਰਸਨਾ ਤੇ ਆ ਜਾਓ, ਛੱਡਣਾ ਨਹੀਂ, ਬਾਬੇ ਨੂੰ ਛੱਡਣਾ ਨਹੀਂ। ਬੇਨਤੀ ਕਰਨੀ ਹੈ, ਲੇਕਿਨ ਜਿਸ ਅਵਸਥਾ 'ਚ ਵੀ ਉਹ ਤੁਰੇ ਰਹਿਣਾ, ਰੁਕਣਾ ਨਹੀਂ, ਤੁਰਿਆ ਰਹਿਣਾ ਹੀ। ਫਿਰ ਉਹਦਾ ਇੱਕ ਛਿੰਨ ਵਿੱਚ ਕਿਸੇ ਲਈ ਇਹੋ ਜਿਹਾ ਵੀ ਤਰਸ ਹੋ ਸਕਦਾ, ਇਹਨੂੰ ਮੈਂ ਪੰਜਵੀਂ 'ਚ ਡੇਗਤਾ ਤਾਂ ਵੀ ਤੁਰਿਆ, ਕੱਚੀ 'ਚ ਡੇਗਤਾ ਤਾਂ ਵੀ ਤੁਰਿਆ, ਤੀਜੀ 'ਚ ਡੇਗਤਾ ਤਾਂ ਵੀ ਤੁਰਿਆ। ਫਿਰ ਉਹ ਜਿੱਦਣ ਤਰਸ 'ਚ ਆ ਜੇ ਤੇ ਕੱਚੀ ਵਾਲੇ ਨੂੰ ਚੁੱਕ ਕੇ ਡਬਲ MA 'ਚ ਫਿਰ ਲਿਜਾ ਸਕਦਾ, ਕੋਈ ਪਤਾ ਨਹੀਂ। ਇਹ ਉਹਦੇ ਸਕੂਲ ਦੀਆਂ ਕੁਝ ਨਿਰਾਲੀਆਂ ਬਾਤਾਂ ਨੇ, ਦੂਜੇ ਸਕੂਲ ਨਾਲੋਂ ਵਿਸ਼ੇਸ਼। ਆ ਨਿਰਮਲ ਭੈ ਰੱਖਣਾ। ਤੋ ਗੁਰੂ ਨਾਨਕ ਦੇ ਸਕੂਲ ਦੀ ਅੱਜ ਤੀਜੀ ਕਲਾਸ ਦੀ ਵਾਰੀ ਹੈ। ਪਹਿਲੀਆਂ ਦੋ ਵੀ ਬੋਲ ਕੇ ਮਹਾਰਾਜ ਜੀ ਸੇਵਾ ਲੈਣ। ਗੁਰੂ ਨਾਨਕ ਦੇ ਸਕੂਲ ਦੀ ਪਹਿਲੀ ਕਲਾਸ ਗੁਰਬਾਣੀ ਪੜ੍ਹਨ ਲਈ ਅੰਦਰ ਉਦਮ ਆ ਗਿਆ। ਇਹ ਸਾਡੀ ਪਹਿਲੀ ਕਲਾਸ, ਅਜੇ ਇਹ ਨਹੀਂ ਪਤਾ ਅਰਥ ਕੀ ਹੈ, ਉਦਮ ਆ ਗਿਆ, ਪੜ੍ਹਨੀ ਹੈ, ਦਾਖਲਾ ਹੋ ਗਿਆ, ਸ਼ੁਰੂਆਤ ਹੋ ਗਈ। ਇਹ ਪਹਿਲੀ ਕਲਾਸ 4-5 ਦਿਨ ਪਹਿਲੇ ਅਹਿਮਦਗੜ੍ਹ ਮੰਡੀ ਹੈ, ਉੱਥੋਂ ਜੋੜੀ ਆਈ ਇੱਕ, ਕੋਈ ਦੁਨਿਆਵੀ ਗੱਲ ਲਈ, ਤੇ ਜਦੋਂ ਨੇਮ ਉਹਨਾਂ ਨੂੰ ਦਿੱਤਾ ਤੇ ਉਹਦੇ ਘਰ ਵਾਲੇ ਨੂੰ ਮੈਂ ਪੁੱਛਿਆ ਵੀ ਤੁਹਾਡਾ ਨੇਮ ਕੀ ਹੈ?
ਹੋਏਗਾ 30-32 ਸਾਲ ਦਾ। ਮੈਂ ਕਿਹਾ ਤੁਹਾਡਾ ਨੇਮ ਕੀ? ਕਹਿੰਦਾ ਮੈਂ ਨੇਮ ਕਦੀ ਕੀਤਾ ਹੀ ਨਹੀਂ। ਮੈਂ ਕਿਹਾ ਜੀ ਜਪਜੀ ਸਾਹਿਬ ਇੱਕ ਪਾਠ ਕਰਦੇ ਹੋ ਕਿ ਨਹੀਂ? ਉਹ ਹੱਸ ਪਿਆ, ਕਹਿੰਦਾ ਜੀ ਉਹ ਵੀ ਨਹੀਂ ਮੈਂ ਕੀਤਾ। ਹੱਦ ਹੋ ਗਈ, ਇਹ ਬੰਦਾ ਕੱਚੀ 'ਚ ਵੀ ਨਹੀਂ ਦਾਖਲ। ਫਿਰ ਉਹਨੂੰ ਬੇਨਤੀ ਕੀਤੀ ਵੀ ਪੜ੍ਹ ਤਾਂ ਲੈਂਦੇ ਹੋ ਗੁਟਕੇ ਸਾਹਿਬ ਤੋਂ, ਪੜ੍ਹ ਕੇ ਕਰ ਲਓ। ਕਹਿੰਦੇ ਹਾਂ ਕਰ ਲੈਣਾ। ਮੈਂ ਕਿਹਾ ਧੱਕੇ ਨਾਲ ਨਹੀਂ, ਪ੍ਰੇਰਨਾ ਨਾਲ ਬੇਨਤੀ ਕਰ ਰਹੇ ਹਾਂ ਕਿ ਕਿਉਂਕਿ ਤੁਹਾਡੀ ਸ਼ੁਰੂਆਤ ਹੈ। ਜਿਹਨੇ ਜਪਜੀ ਸਾਹਿਬ ਜ਼ਿੰਦਗੀ 'ਚ, ਹੁਣ ਉਹਦੀ ਮਾਤਾ ਨੂੰ ਕੀ ਕਹੀਏ, ਉਹਦੇ ਪਿਤਾ ਨੂੰ ਕੀ ਕਹੀਏ, 32 ਸਾਲ ਬੱਚੇ ਦੀ ਉਮਰ। ਮੈਂ ਕਿਹਾ ਫਿਰ 2 ਪਾਠ ਜਪਜੀ ਸਾਹਿਬ ਵੀ ਤੁਹਾਨੂੰ 15-20 ਮਿੰਟ ਵੀ ਲੱਗ ਜਾਣ ਇੱਕ ਪਾਠ ਤੇ, ਵੀ 2 ਰੋਜ਼ ਕਰੋਗੇ। ਉਹਨੇ ਪ੍ਰਵਾਨਗੀ ਦਿੱਤੀ ਤੇ ਜਦੋਂ ਪ੍ਰਸ਼ਾਦ ਲੈ ਕੇ ਗਏ ਤੇ ਮਨ ਵਿੱਚ ਇੰਝ ਮਹਿਸੂਸ ਹੋਇਆ ਜਿਵੇਂ ਇਹ ਅੱਜ ਪਹਿਲੀ ਕਲਾਸ ਚੜ੍ਹ ਕੇ ਗਏ। ਸਿਰਫ ਗੁਰਬਾਣੀ ਪੜ੍ਹਨ ਦੀ ਸ਼ੁਰੂਆਤ ਹੋਈ ਹੈ, ਉਦੋਂ ਹੋਇਆ। ਇਹੋ ਜਿਹੀ ਵੀ ਦੁਨੀਆ ਜੇ ਤੁਹਾਡੇ ਤੇ ਜੇ ਕਿਰਪਾ ਹੋਵੇ ਤੇ ਕਿਸੇ ਕੱਚੀ ਵਾਲੇ ਨੂੰ ਵੇਖ ਕੇ ਕਿਤੇ ਹਉਮੈ ਨਾ ਆ ਜਾਏ। ਆਖੋ ਸਤਿਨਾਮ। ਇਹ ਤੇਰਾ ਤਰਸ ਹੈ, ਇਹ ਤੇਰਾ ਤਰਸ। ਮੇਰੇ ਗੁਰੂ ਨਾਨਕ ਮੇਰੇ ਤੇ ਤਰਸ ਬਣਾਈ ਰੱਖੀ ਕਿ ਤੇਰੀ ਗੁਰਬਾਣੀ ਪੜ੍ਹਦਿਆਂ ਮੇਰਾ ਮਨ ਕਦੀ ਵੀ ਫਿੱਕਾ ਨਾ ਹੋਵੇ, ਭਗਤੀ ਫਿੱਕੀ ਨਾ ਹੋਵੇ। ਇਹ ਪਹਿਲੀ ਕਲਾਸ ਹੈ ਗੁਰਬਾਣੀ ਪੜ੍ਹਨ ਲਈ ਉਦਮ ਕਰਨਾ। ਅਜੇ ਅਰਥ ਨਹੀਂ ਪਤਾ, ਕੁਝ ਹੋਰ ਨਹੀਂ ਪਤਾ, ਅਜੇ ਰਸ ਨਹੀਂ ਪਤਾ। ਇਹ ਪਹਿਲੀ ਕਲਾਸ ਗੁਰੂ ਨਾਨਕ ਦੇ ਘਰ ਦੀ ਦੂਜੀ ਕਲਾਸ ਜੋ ਆਪ ਜੀ ਨੇ ਸਰਵਣ ਕੀਤੀ ਪਿਛਲੀ ਵਾਰੀ। ਮਨ ਪੁਣਿਆ ਜਾਂਦਾ ਹੈ, ਚੰਗੇ ਤੇ ਮੰਦੇ ਦੀ ਪਛਾਣ ਹੋ ਜਾਂਦੀ। ਇਹ ਦੂਜੀ ਕਲਾਸ। ਚੰਗਾ ਕੀ ਹੈ, ਮੰਦਾ ਕੀ ਹੈ, ਇਹ ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿ ਰਿਹਾ ਜੇ। ਇਹ ਜਿਹੜਾ ਦੂਜਾ ਪ੍ਰਕਰਨ ਲੱਗਾ ਨਾ, ਚੰਗੇ ਮੰਦੇ ਦੀ ਪਛਾਣ ਹੋ ਜਾਣੀ, ਮਨ ਪੁਣਿਆ ਜਾਣਾ। ਅਦਾਸ ਨੂੰ ਇੱਕ ਸਰੀਰ ਕਹਿਣ ਲੱਗਾ, ਜਿਹੜਾ ਕਾਰੋਬਾਰ ਅਸੀਂ ਕਰਦੇ ਹਾਂ ਤੇ ਉਹਦੇ ਵਿੱਚ ਨਕਲੀ ਸੌਦਾ ਵੀ ਆਉਂਦਾ ਹੈ ਤੇ ਅਸੀਂ ਗਾਹਕ ਨੂੰ ਅਸਲੀ ਕਰਕੇ ਵੇਚ ਦਿੰਦੇ ਹਾਂ, ਸਾਨੂੰ ਪਾਪ ਤਾਂ ਨਹੀਂ ਲੱਗੇਗਾ? ਆਖੋ ਸਤਿਨਾਮ। ਮੈਂ ਕਿਹਾ ਕਿੰਨੇ ਚਿਰ ਤੋਂ ਵੇਚ ਰਹੇ ਹੋ? ਕਹਿੰਦਾ 4.5 ਸਾਲ ਤੋਂ ਵੇਚ ਰਹੇ ਆ। ਕਦੀ ਖਿਆਲ ਨਹੀਂ ਆਇਆ? ਕਹਿੰਦਾ ਨਹੀਂ, ਹੁਣ ਖਿਆਲ ਆਇਆ ਜਦੋਂ ਦੀ ਸੰਗਤ ਕਰਨ ਲੱਗੇ ਆ, ਵੀਰਵਾਰ ਆਈਦਾ, ਹੁਣ ਖਿਆਲ ਆਇਆ ਵੀ ਨਕਲੀ ਚੀਜ਼ ਨੂੰ ਅਸਲੀ ਕਰਕੇ ਵੀ ਕਿਤੇ ਜੋ ਵਿਚਾਰਾਂ ਸੁਣੀ ਦੀਆਂ ਪਾਪ। ਇਹਨੂੰ ਕਹਿੰਦੇ ਮਨ ਪੁਣਿਆ ਗਿਆ। ਸੰਗਤ ਜਾਣ ਨਾਲ ਚੰਗੇ ਮੰਦੇ ਦੀ ਪਛਾਣ ਹੋ ਗਈ ਏ, ਭਾਵੇਂ ਤਿਆਗ ਨਹੀਂ ਹੋਇਆ। ਪਹਿਲੇ ਪਛਾਣ ਹੀ ਨਹੀਂ, 4.5 ਸਾਲ ਤੋਂ ਵੇਚ ਰਿਹਾ, ਪਛਾਣ ਹੀ ਨਹੀਂ। ਕਿਉਂ? ਗੁਰੂ ਨਾਨਕ ਦੇ ਸਕੂਲ 'ਚ ਦਾਖਲਾ ਹੀ ਨਹੀਂ। ਫਿਰ ਦਾਸ ਨੇ ਤੇ ਇਹੋ ਬੇਨਤੀ ਕੀਤੀ, ਨਕਲੀ ਨੂੰ ਨਕਲੀ ਕਹਿ ਕੇ ਦੇ ਦਿਓ, ਅਸਲੀ ਨੂੰ ਅਸਲੀ ਕਹਿ ਕੇ ਦੇ ਦਿਓ, ਤੇ ਮਨ ਵਿੱਚ ਐਡੀ ਵਿਲ ਪਾਵਰ ਰੱਖੋ ਜਿਹੜਾ ਸਾਡਾ ਬਾਬਾ ਨਾਨਕ ਪੱਥਰ ਵਿੱਚ ਕੀੜੇ ਨੂੰ ਰੋਟੀ ਦੇ ਸਕਦਾ, ਸਾਡੇ ਘਰ ਵੀ ਦੇ ਦੇ। ਇਹ ਭੁਲੇਖਾ। ਸਿਰਫ ਵਿਲ ਪਾਵਰ ਚਾਹੀਦੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਦਿੱਲੀ, ਹਾਂ ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ
ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਕਰ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਕਰਕੇ ਸਾਰੇ ਗੱਜ ਕੇ ਆਖੋ ਸਤਨਾਮ, ਫਿਰ ਆਖੋ ਸਤਨਾਮ। ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ ਗੁਰਬਾਣੀ ਪੜ੍ਹਨ ਲਈ ਉਦਮ। ਗੁਰੂ ਨਾਨਕ ਦੇ ਘਰ ਦੀ ਦੂਜੀ ਕਲਾਸ ਮਨ ਪੁਣਿਆ ਜਾਣਾ, ਚੰਗੇ ਮੰਦੇ ਦੀ ਪਛਾਣ ਹੋ ਜਾਏ, ਆ ਚੰਗਾ ਆ ਮੰਦਾ। ਫਿਰ ਅਰਦਾਸ ਕਰਨੀ, ਵਾਹਿਗੁਰੂ ਕਿਰਪਾ ਕਰ। ਗੁਰੂ ਨਾਨਕ ਦੇ ਘਰ ਦੀ ਤੀਜੀ ਕਲਾਸ ਨਾਲ ਨਾ ਚੈੱਕ ਕਰਿਓ। ਗੁਰੂ ਨਾਨਕ ਦੇ ਘਰ ਦੀ ਤੀਜੀ ਕਲਾਸ ਕੇ ਸੰਗਤ ਕਰਦਿਆਂ ਕਰਦਿਆਂ ਬੰਦਾ ਤੀਜੀ ਕਲਾਸ ਕਿਹੜੀ ਹੈ ਜਿਹਦੇ ਚ ਦਾਖਲ ਹੁੰਦਾ ਹੈ। ਗੁਰੂ ਨਾਨਕ ਦੇ ਘਰ ਦੀ ਤੀਜੀ ਕਲਾਸ ਚੰਗੇ ਕੰਮਾਂ ਵੱਲ ਰੁਝਾਨ ਵੱਧਦਾ ਤੇ ਮਾੜੇ ਕੰਮਾਂ ਵੱਲ ਰੁਝਾਨ ਘਟਦਾ। ਗੱਜ ਕੇ ਆਖੋ ਸਤਿਨਾਮ। ਪੂਰਾ ਚੰਗਾ ਨਹੀਂ ਬਣਿਆ, ਆ ਸ਼ੁਰੂ ਹੋ ਗਿਆ ਕੰਮ। ਚੰਗੇ ਕੰਮਾਂ ਵੱਲ ਰੁਝਾਨ ਵੱਧਦਾ ਪਿਆ ਤੇ ਮਾੜੇ ਕੰਮਾਂ ਵੱਲ ਰੁਝਾਨ ਘਟਦਾ ਪਿਆ। ਤੀਸਰੀ ਕਲਾਸ ਬਾਬੇ ਨਾਨਕ ਦੇ ਸਕੂਲ ਦੀ ਤੀਜੀ ਕਲਾਸ। ਇਹ ਜਦੋਂ ਇਸ ਬਾਰੇ ਜਿਹਨੂੰ ਕਹਿੰਦੇ ਨਾ ਕਿਤਾਬੀ ਗਿਆਨ 25%, ਤੇ ਦਾਸ ਸੋਚ ਰਿਹਾ ਸੀ ਬਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੋਹਰ ਲੱਗ ਜੇ ਤੀਸਰੀ ਕਲਾਸ ਤੇ। ਸੰਗਤ ਕਰਦਿਆਂ ਕਰਦਿਆਂ ਤੀਜੀ ਕਲਾਸ ਗੁਰੂ ਨਾਨਕ ਦੇ ਘਰ ਦੀ ਬਈ ਚੰਗੇ ਕੰਮਾਂ ਵੱਲ ਰੁਝਾਨ ਵੱਧਦਾ ਬੰਦੇ ਦਾ ਤੇ ਮਾੜੇ ਕੰਮਾਂ ਵੱਲ ਘਟਣਾ ਸ਼ੁਰੂ ਹੋ ਜਾਂਦਾ। ਮੈਂ ਸੋਚਿਆ ਵੀ ਕੋਈ ਮੋਹਰ ਲੱਗ ਜੇ ਪੰਕਤੀ, ਤੇ ਆ ਇੱਕ ਪੰਕਤੀ ਪਿਆਰ ਨਾਲ ਸੁਣਿਓ, ਨਾਲ ਨਾਲ ਭੈਣਾਂ ਤੇ ਵੀਰ ਸਾਰੇ ਬੋਲਿਓ ਜੀ। ਸਤ ਸੰਗਤ ਸਿਉ ਮਿਲਦੋ ਰਹੋ, ਸਤ ਸੰਗਤ ਸਿਉ ਮਿਲਦੇ ਰਹੇ, ਸਤ ਸੰਗਤ ਸਿਉ ਮਿਲਦੋ ਰਹੇ, ਸਤ ਸੰਗਤ ਸਿਉ ਮਿਲਦੋ ਰਹੇ, ਸਤ ਸੰਗਤ ਸਿਉ ਮਿਲਦੋ ਰਹੇ। ਬੋਲੋ ਜੀ, ਸਤ ਸੰਗ ਮਿਲਦੋ ਰਹੇ, ਸਤ ਸੰਗਤ ਸਿਉ ਮਿਲਦੋ ਰਹੇ, ਸਤ ਸੰਗਤ ਸਿਉ ਮਿਲਦੋ ਰਹੇ। ਸੱਚੇ ਧਰੇ ਪਿਆਰ, ਸੱਚੇ ਧਰੇ ਪਿਆਰ, ਵਾਹ ਵਾਹ। ਵਿੱਚੋਂ ਮਲ ਕੱਟੇ ਆਪਣੀ, ਵਿੱਚੋਂ ਮਲ ਕੱਟੇ ਆਪਣੀ, ਵਿੱਚੋਂ ਮਲ ਦੇਖ ਲਓ। ਅੱਜ ਤੀਜੀ ਕਲਾਸ ਦੀ ਮੋਹਰ ਲੱਗੀ। ਸਤ ਸੰਗਤ ਸਿਉ ਮਿਲਦੋ ਰਹੇ, ਸੰਗਤ ਨਾ ਛੱਡੇ, ਮਿਲਦੋ ਰਹੇ। ਸੱਚੇ ਧਰੇ ਪਿਆਰ, ਕੀ ਹੋਏਗਾ ਇਹਦੇ ਨਾਲ? ਵਿੱਚੋਂ ਮਲ ਕੱਟੇ ਆਪਣੀ। ਆਉਣ ਨਾਲ ਕੀ ਹੋਏਗਾ? ਜਿਹੜਾ ਅੱਜ ਸੁਣ ਰਹੇ ਹੋ ਤੁਸੀਂ, ਚੰਗੇ ਕੰਮਾਂ ਨਾਲ ਰੁਝਾਨ ਵਧੀ ਜਾਏਗਾ,
माड़े कम्मां वल घटी जाएगा, इहदी मैल जिहड़ी हौली हौली कटनी शुरू हो जाएगी। विचों मल कट्टे विचों मल कट्टे गज के भैणों पुल्ला का करे उधार, पुल्ला का करे उधार। गज के भैणों तीसरी क्लास बहुत संगत आप जी बच्चों कई बार सवाल कर दी हैं, मन नहीं जुड़ता, साडा मन नहीं जुड़ता। सुन लियो, साडे अंदर दो तहमा होंदी है, पक्की बात आ दो तहमा ने साडे अंदर, एक है पुन्ना दी तह, एक है पापां दी। जद तक तुहाडी मेरी पापां दी तह उच्ची है, पुन्ना दी नीवी है, तुहाडा मन नहीं जुड़े। कई कहंदे मन नहीं जुड़दा, बाणी पढ़नी छड़ दी, नहीं, लगे रहो, लगे रहो। एक दिन किरपा हो जाए, चंगे कामां दा रुझान वधी जाए, दूजे हौली हौली घटी जाण, चंगियां दा वधी जाए, दूजे घटी जाण, पानी नाल चलदी रवे ते की हुंदा है, एक दिन इहो जिहा आ जांदा चंगे कामां दा रुझान वधदे वधदे, दूजियां दा घटदे घटदे, पुन्नां दी तह एक दिन उच्ची हो जांदी है, पापां दी नीवी हो जाती है। एक कदी नोट करियो, पुन्नां दी तह उत्ते जाण दी देर है, तुहाडा मन जुड़ना शुरू हो जाए। ये दो तह मैं साढ़े, जब तक पापां दी तह उच्ची है नहीं जुड़ेगा मन। चंगे कम्मां दा रुझान वधाई जाओ, दूजियां दा घटाई जाओ, पुन्नां दी तह उच्ची होई जाएगी, पापां दी नीवी होई जाएगी। एक दिन इहो जिहा आ जाएगा, पुन्नां दी तह उच्चे जाण दी देर है, ते भाई वीर सिंह वाली अवस्था बन जाएगी। एक बारी वाहिगुरू कहोगे, 6 बारी वाहिगुरू आपे ही निकलेगा। आ तुसीं एक नाम सुनिया होएगा, बाबा हरनाम सिंह जी रामपुर खेड़े वाले महापुर, इन्हां कोल एक बीबी जी आउंदे सी, जिहदा नां आया हरनाम कौर। उन्हें आके महापुरुषां कोल संगत करदी ते बेनती कीती, कहण लगी महापुरुषो असी बाणी भी पढ़दे हां पर परेशान भी बड़े हैं। आपको सतनाम। महापुरुष हसदे, ये की कह रहे हैं, बाणी भी पढ़ते हैं परेशान भी बड़े हैं। हुण जो लिखिया मैं बोल रहा, महापुरुषां ने कहा परेशानी की है, कहंदी साडे घर दे कई कपड़ियां नूं छेक पै जांदे ते कई कपड़ियां नूं टुक लग जांदा है। असीं इंज समझने आ भी जिवें साडे ते कोई वार कर रहा, साडे घर कोई इलम कर रहा, हर बन्ने परेशान। बाणी भी पढ़, एक किताब च जिक्र लिखे ऐसे कनेहिया बिच इत्थों तक कि वो हरनाम कौर बीबी ने इत्थों तक भी कहा कि एक निष्काम सोसाइटी है, अखंड पाठ साहब रखदी है, महापुरुषों मैं उत्थे जाके रौला भी देनी। निष्काम सोसाइटी होएगी, उत्थे मैं रौला भी देनी आ, घर बाणी भी
परेशानी बड़ी। 2 मिनट सोच के ते बाबा हरनाम सिंह रामपुर खेड़े वाले कहन लगे, कहते घर विच मीट शराब तो नहीं वरत्या जाता। आखो सतनाम, हाँ ध्यान देना। आ प्रॉब्लम होती है कई साढ़े कई घरां च नेम ने दवाई खा रहे हैं पर परहेज नहीं, परहेज नहीं। महापुरुष कहते भी घर विच मीट शराब इहदी वरतों ते नहीं। उस माता हरनाम कौर दा जवाब सी, मैं नहीं छकदी पर बाकी परिवार सारा ही खांदा। आखो सतनाम। महापुरुषां ने वचन किया, कहने लगे जिस घर में फिर दोवें चीज़ां होण फिर परेशानियां किवें जाण। दवाई तो खाधी जा रही पर परहेज नहीं, फिर परेशानियां किवें जाण। जी राह दसो। कहने लगे हुण ये गल तेरे परिवार नाल जुड़ी है, अपने परिवार नूं पुछ के आ कि आ 2 चीज़ां दा घर चों जे त्याग हो जे। ते महापुरुषां दा वचन मैं पढ़ के हैरान हो गया। कहंदे ये मीट ते शराब दा घर विचों त्याग कर दिओ, गुरु नानक तुहाडीआं परेशानियां दा त्याग कर देंदा। आखो सतनाम। ओ माता हरनाम को एक संगत करन नाल पहले तो अपनी मैल कट्टी गई, मैं बनानी हाँ, मैं देनी, आप नहीं खानी। मेरे विच घर विच सच कहण दी जुरत भी नहीं। थोड़ा जा जिक्र हो रहा संगत करन नाल मन पुणिया गया। पढ़ियो नाल नाल जी। सत्संगत से मिलदो रहे, सत्संगत से मिलदो रहे, सच्चे धरे प्यार, सच्चे धरे विचों मल कटे अपनी, विचों मल कटे अपनी, विचों मल कुल्ला का करे उधार, कुल्ला का करे उधार, कुल्ला का करे उधार, कुल्ला का करे उधार। जी सत बचन कहने लगे मसला तेरे परिवार नाल रलिया होया। या पूछया कि दोवें चीज़ां अगर घर चों त्याग दिओ, गुरु नानक तुहाडीआं परेशानियां त्याग दे। आखो सतनाम। बाणी पढ़ी जा रही, पहली क्लास हो गई पर हुण अज दूजी च चढ़ गई। हो माता मन पुणिया गया संगत कर। हुण तीजी है भी चंगे कम्मां वल रुचि वधणी ते माड़े वल। कहंदे ओ लिखिआ
ਜਿਹੜੇ ਉਹਨਾਂ ਦੇ ਅੱਗੋਂ ਲਿਖਣ ਵਾਲੇ ਨੇ ਉਹ ਵੀ ਬੜੇ ਰਸ ਵਾਲੇ ਆ, ਵਿੱਚੋਂ ਕੁਝ ਮਿਲਦਾ। ਉਹ ਕਹਿੰਦੀ ਜੀ ਮੈਂ ਫਿਰ ਆਪਣੇ ਪੁੱਤਰਾਂ ਨੂੰ ਪਤੀ ਨੂੰ ਜਾ ਕੇ ਗੱਲ ਕਰਦੀ ਹਾਂ ਵੀ ਇਹ ਛੱਡ ਦਿਓਗੇ ਦੋ ਚੀਜ਼ਾਂ ਤੇ ਫਿਰ ਘਰ 'ਚ ਪਰੇਸ਼ਾਨੀਆਂ ਨਹੀਂ ਰਹਿਣਗੀਆਂ। ਮਹਾਂਪੁਰਸ਼ਾਂ ਨੇ ਭਜਨ ਕੀਤਾ। ਇਸ ਤਰ੍ਹਾਂ ਕਹਿੰਦੇ ਉਹ ਮਾਤਾ ਜਦੋਂ ਉੱਠ ਕੇ ਤੁਰਨ ਲੱਗੀ ਨਾ ਤੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਾਤਾ ਨੂੰ ਆਵਾਜ਼ ਮਾਰੀ, ਕਿਵੇਂ ਗੱਲ ਕਰੇਗੀ ਜਾ ਕੇ? ਕਹਿੰਦੀ ਬਸ ਮੈਂ ਹੁਣੇ ਜਾਨੀ, ਅੱਧੇ ਘੰਟੇ 'ਚ ਘਰ ਦੇ ਜਾ ਕੇ ਗੱਲ ਛੇੜ ਦੇਣੀ ਵੀ ਦੋਵੇਂ ਚੀਜ਼ਾਂ। ਕਹਿਣ ਲੱਗੇ ਫੇਰ ਤੇ ਨਾ ਮੰਨਣ ਲੱਗੇ। ਇਹ ਵੀ ਜੁਗਤੀ। इतना जाके मैं गल छेड़ दिया फिर ते ना मनन लगे। हरनाम कौर माता अगर अपने बच्चे ते पति नू एक औगण दा चानना कराउणा है, शुभ कम्मां वल प्रेरणा देनी है ते देण तो पहले गुरु नू नाल ले लै। आखो सतनाम। क्या बात। आ कुंडियां किते किते लभदियां। ਇਹਨੂੰ ਹੁਣ ਸਮਝ ਲਿਓ ਗੱਲ। ਕਿਸੇ ਨੂੰ ਕੋਈ ਸਮਝਾਣਾ ਵੀ ਹੋਵੇ ਤੇ ਪਹਿਲੇ ਗੁਰੂ ਨੂੰ ਨਾਲ ਲੈ ਲਓ, ਫਿਰ ਤੇ 101% ਅਸਰ ਹੋ ਜਾਏਗਾ। ਜੇ ਆਪਣੇ ਬਲ ਨਾਲ ਸਮਝਾਉਣ ਲੱਗੇ ਆ ਤੇ ਸ਼ਾਇਦ ਗੱਲ ਨਾ ਬਣੇ, ਬਾਤ ਨਾ ਬਣੇ। ਉਹ ਹਰਨਾਮ ਕੌਰ ਬੀਬੀ ਕਹਿੰਦੀ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਜੀ ਮੈਂ ਗੁਰੂ ਨਾਲ ਕਿਵੇਂ ਲਵਾਂ? ਕਹਿਣ ਲੱਗੇ ਅੱਜ ਦੀ ਜਗ੍ਹਾ ਭਾਵੇਂ ਕੱਲ ਗੱਲ ਛੇੜ ਲਈ ਘਰ, ਪਰ ਗੱਲ ਛੇੜਨ ਤੋਂ ਪਹਿਲੇ 5 ਪਾਠ ਜਪਜੀ ਸਾਹਿਬ ਦੇ ਕਰਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਅਰਦਾਸ ਕਰਕੇ ਗੱਲ ਕਰੀ, ਗੁਰੂ ਗੋਬਿੰਦ ਸਿੰਘ ਤੇਰੇ ਨਾਲ ਚੱਲਣਗੇ। ਕੀ ਬਾਤ। बोले हार जाइए उन्होंने तो जेड़े विधियां भी दे देते, मन भी पुण देंदे है। ये सब कुछ संगत चों आके मिलता, चंगे मंदे दी पछाण। ये अंदरों किड्डी वड्डी गल है। ये फरीदी दा शब्द है जिहड़ा तुसीं आधार बनाया। ये 4 पंक्तियां जड़ियां ने उतों शुरू उतों करते, फिर विदण खोई मुंद केली ना को साथी ना को बेली। यह संसार जेड़ा एक हनेरे वाली खोई है, मैं कली हाँ, ना कोई साथी है ना बेली है। ते फिर हल दस्या अरदास की कर कृपा प्रभ साध संग मिली। कहते संगत मिल गई तो अल्लाह आपे मिल गया, या फिर देखा तो मेरा अल्लो मिले। एडी बड़ियाई संगत। उन्हां तो कुर्बान जाइए जेड़े विधियां भी दे देंदे, मन भी पुण देंदे। किरपा हो जाए। साडे गुरु साहब भी विधियां देंदे रहे। आ गुरु अर्जन देव जी कोल ही 2 चौधरी आए सी ते हर मस्सियां ते आना गुरु अर्जन देव जी दर्शन कर। गुरु अर्जन देव जी ने कहा सी झूठ तो नहीं बोलते, आखो सतनाम। हुण ओ अजे 3जी क्लास बड़ा ही नहीं सी, आंदे सी उदम करते सी। 2जी भी दाखिल हो गए सी, मन पुणिया गया सी। मारा कहते झूठ तो नहीं बोलते, कहते जी सुनते तो है वा कथा, झूठ नहीं बोलना चाहिए। मारे कहते तुसी बोलते तो नहीं दोवें? अगों दोवां ने आख्या महाराज जी असी पिंड दे चौधरी हाँ, जे झूठ ना बोलीए तो साडा गुजारा ही नहीं। आखो सतनाम। महाराज कहते कूड़ बोल मुर्दार खाए, एक झूठ पिछे एक मुड़दा खाना पैंदा है, की लोड़ है? इहदा त्याग करो।
ਕਹਿੰਦੇ ਜੀ ਇਹ ਤੇ ਪਤਾ ਹੈ ਮਾੜਾ, ਪਰ ਆ ਤੀਜੀ ਕਲਾਸ 'ਚ ਨਹੀਂ ਵੀ ਚੰਗੇ ਕੰਮਾਂ ਵੱਲ ਰੁਚੀ ਵਧਣੀ ਤੇ ਮਾੜਿਆਂ ਵੱਲ ਘਟਣੀ, ਇਹ ਤੀਜੀ ਕਲਾਸ ਹੈ ਗੁਰੂ ਨਾਨਕ। ਤੇ ਅੱਜ ਬਾਬੇ ਦੀ ਮੌਜ ਆ ਗਈ, ਗੁਰੂ ਅਰਜਨ ਦੇਵ ਜੀ ਦੀ, ਇਹਨਾਂ ਨੂੰ ਤੀਜੀ ਕਲਾਸ ਚੜਾਉਣਾ ਹੀ ਹੈ। ਆਖੋ ਸਤਨਾਮ। ਮਹਾਰਾਜ ਕਹਿੰਦੇ ਨਾ ਬੋਲਿਆ ਕਰੋ। 5 ਮਿੰਟ ਸੋਚ ਕੇ ਕਹਿੰਦੇ ਮਹਾਰਾਜ ਮੁਸ਼ਕਲ ਜੇ, ਛੱਡਿਆ ਨਹੀਂ ਜੇ ਜਾਣਾ, ਇਹਦਾ ਤਿਆਗ ਨਹੀਂ ਹੋਣਾ। ਆ ਵੇਖੋ ਤੀਜੀ ਕਲਾਸ ਚੜਾਉਣ ਲੱਗਾ, ਪਿਓ ਵਿਧੀ ਦੱਸ। ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਝੂਠ ਦਾ ਤਿਆਗ ਨਹੀਂ ਕਰ ਸਕਦੇ ਤੇ ਇੱਕ ਕੰਮ ਕਰ ਲੋਗੇ ਜੀ, ਉਹ ਕੀ? ਕਹਿਣ ਲੱਗੇ ਲਿਖ ਹੀ ਲਿਆ ਕਰੋ ਕਿ ਅੱਜ ਕਿੰਨੇ ਝੂਠ ਬੋਲੇ ਨੇ, ਲਿਖ ਹੀ ਲਿਆ ਕਰੋ ਤੇ ਅਗਲੀ ਮੱਸਿਆਂ ਨੂੰ ਆਓਗੇ ਤੇ ਕਾਪੀ ਲੈ ਕੇ ਆਣਾ ਤੇ ਰੋਜ਼ ਕਿੰਨੇ ਬੋਲੇਗਾ ਜੀ। ਆਖੋ ਸਤਨਾਮ। ਨਾਲ ਵਿਧੀ ਦੇਤੀ, ਇਹਦਾ ਦਾ ਚੰਗੇ ਕੰਮਾਂ ਵੱਲ ਰੁਝਾਨ ਵਧੇ, ਮਾੜੇ ਵਾਲੇ ਘਟੇ। ਇਹ ਪੜਿਓ ਜੇਕਰ। ਇਹਨਾਂ ਨੇ ਜਦੋਂ ਆਪਣੇ ਨਗਰ ਚਲੇ ਗਏ, ਗੁਰੂ ਅਰਜਨ ਦੇਵ ਜੀ ਨੇ ਕਿਹਾ ਲਿਖਣਾ। ਜਦੋਂ ਸਾਰਾ ਦਿਨ ਬੀਤਿਆ, ਸਾਰਾ ਸੋਚਿਆ ਅੱਜ ਕਿੰਨੇ ਝੂਠ ਬੋਲੇ ਆ, ਤੇ ਜਦੋਂ ਲਿਖਿਆ ਫਲਾਣੀ ਤਰੀਕ 17 ਝੂਠ ਬੋਲੇ ਆ। ਵਿਧੀ ਦੇਤੀ ਨਾ, ਪਛਾਣਦੇ ਹੋਏ। ਬਾਬੇ ਨੇ ਵਿਧੀ ਦੇ ਕੇ ਚੜਾਤਾ ਤੀਜੀ ਕਲਾਸ। ਹੁਣ ਦੋਵੇਂ ਚੌਧਰੀ ਸੋਚਦੇ ਆ, ਹੈ ਸਿੱਖ ਸੀ, ਪਿੰਡ ਦੇ ਚੌਧਰੀ ਸੀ, ਕਹਿੰਦੇ 17 ਝੂਠ ਬੋਲੇ ਆ, ਮਨਾ ਕਿਉਂ ਨਾ ਹੋਵੇ, ਕੱਲ 19 ਨਾ ਹੋਣ, 15 ਹੀ ਹੋਣ। ਆਖੋ ਸਤਨਾਮ। ਚੰਗੇ ਕੰਮਾਂ ਵੱਲ ਰੁਝਾਨ ਵਧਣਾ, ਮਾੜੇ ਕੰਮਾਂ ਵੱਲ ਘਟਣਾ। ਤੀਜੀ ਕਲਾਸ 'ਚ ਪਿਤਾ ਜੀ ਨੇ ਵਿਧੀ ਦੇ ਕੇ ਹੁਣ ਅਗਲੇ ਦਿਨ ਧਿਆਨ ਰੱਖਿਆ, 15 ਹੋ ਗਏ, ਇਸ਼ਾਰਾ ਹੀ ਸਮਝੇ। ਹੁਣ ਅਗਲੇ ਦਿਨ ਕਹਿੰਦੇ ਹੋਰ ਧਿਆਨ ਰੱਖਣਾ ਵੀ 15 ਦੇ 16 ਨਾ ਹੋਣ, 13 14 ਹੀ ਹੋਣ। ਧਿਆਨ ਰੱਖਿਆ, 13 ਹੋ ਗਏ। ਹੁਣ ਚੰਗੇ ਕੰਮ ਵੱਲ ਵੇਖੋ ਰੁਚੀ ਵੱਧ ਰਹੀ, ਮਾੜੇ ਵੱਲ ਘਟ ਰਹੀ। ਤੀਜੀ ਕਲਾਸ ਚੜਾਤਾ ਪਿਓ ਨੇ। ਅਗਲੀ ਮੱਸਿਆਂ ਨੂੰ ਜਦੋਂ ਆਏ, ਗੁਰੂ ਅਰਜਨ ਦੇਵ ਜੀ ਕੋਲ ਮੱਥਾ ਟੇਕਿਆ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਕਾਪੀ ਲਿਆਇਓ। ਆਖੋ ਸਤਨਾਮ। ਉਹ ਕਾਪੀ ਲਿਆਇਓ ਭਾਈ, ਜਿੱਤੇ ਲਿਖਿਆ। ਕਹਿੰਦੇ ਮੈਂ ਝੂਠ ਛੱਡ ਨਹੀਂ ਸਕਦਾ। ਕਾਪੀ ਦਿਖਾਈ। ਹੁਣ ਜਦੋਂ ਮਹਾਰਾਜ ਨੇ ਕਾਪੀ ਪੜ੍ਹੀ, ਇੰਨੀ ਤਰੀਕ 17 ਝੂਠ ਬੋਲੇ, ਇੰਨੀ ਤਰੀਕ 15, ਇੰਨੀ ਤਰੀਕ 13, ਇੰਨੀ ਤਰੀਕ 11, ਇੰਨੀ ਤਰੀਕ 9, ਇੰਨੀ ਤਰੀਕ 8। ਹੁਣ ਅੱਗੇ ਜਾ ਕੇ ਤਰੀਕ ਪਾਈਏ ਖਾਲੀ ਲਈ, ਤਰੀਕ ਪਾਈ ਖਾਲੀ ਲਈ। ਮਹਾਰਾਜ ਕਹਿੰਦੇ ਕੀ ਗੱਲ ਅੱਗੇ ਜਾ ਕੇ ਲਿਖਿਆ ਨਹੀਂ? ਕਹਿੰਦੇ ਮਹਾਰਾਜ ਤੁਸੀਂ ਵਿਧੀ ਦੇਤੀ ਹੈ ਵੀ ਜਿੱਦਣ 17 ਬੋਲੇ ਲਿਖਿਆ ਤੇ ਸ਼ਰਮ ਬੜੀ ਆਈ, ਸੋਚਿਆ ਚੰਗੇ ਕੰਮਾਂ ਵੱਲ ਰੁਚੀ ਵਧਾਈਏ, ਥੋੜੇ ਦੂਜੇ ਘਟਾਈਏ। ਸਤਿਗੁਰੂ ਕਿਰਪਾ ਹੋ ਗਈ। ਅਗਲੇ ਦਿਨ ਧਿਆਨ ਰੱਖਿਆ, ਮਾੜੇ ਕੰਮਾਂ ਦੀ ਰੁਚੀ ਘਟਾਉਣ ਦਾ, 15 ਹੋ ਗਏ। ਅਗਲੇ ਦਿਨ ਫੇਰ ਧਿਆਨ ਰੱਖਿਆ, ਅਗਲੇ ਦਿਨ ਫੇਰ ਧਿਆਨ ਰੱਖਿਆ ਤੇ ਕਹਿੰਦੇ ਸਤਿਗੁਰੂ ਚੰਦ ਦਿਨਾਂ ਬਾਅਦ ਤੇਰੀ ਕਿਰਪਾ ਹੋ ਗਈ, ਜਿੱਥੇ ਲੀਕ ਪਈ ਏ ਉੱਥੇ ਤੇਰੀ ਕਿਰਪਾ ਹੋ ਗਈ ਏ, ਇੱਕ ਝੂਠ ਵੀ ਨਹੀਂ ਬੋਲੇ।
गज के आखो सतनाम, फिर आखो सतनाम। ये जुगतियां मिलदियां ने गुरु दे चरनां चों, संगत विच। गुरु साहब ने जुगती दे जिन्नी संगत महापुरुषां दे घर इतिहास रखिया करो, पढ़िया करो। बाबा जी बैठे हुए संगत विच संत सुजान सिंह जी ने कीर्तन किया ते साखी लाई मक्खण शाह लुभाणे। हुण अगले दिन संध्या वाले फिर कीर्तन सी ते बाबा जी ने इशारा करता भी मक्खण शाह लुभाणे साखी सुनाओ। वो कहते कल तो सुनाई है, चलो हुण महापुरुषां दा हुकम। तीजे दिन फिर कीर्तन करन लगे ते बाबा जी वालों सुनिया भी मक्खण शाह लुभाणे नहीं। कल तो 2 दिन हो गए, अज फिर हो गई। चौथे दिन कीर्तन करन लगे संत सुजान सिंह जी, बाबा नंद सिंह जी बैठे संगत। बाबा जी कहते मक्खण शाह लुभाणे। 5वें दिन संत सुजान सिंह जी कहते बाबा जी की कर रहे, एको साखी रोज। अज 5वां दिन ने वही मक्खण शाह लुभाणे जी। जो 5वें दिन कहा भी वो साखी तो बेनती की बाबा जी 4 दिन हो गए एको साखी, अज 5वें दिन भी ओह साखी बार बार। देखो आज जुगती देनी थी ना। बाबा नंद सिंह जी ने जुगती दी, कहते सुजान सिया मैं बार बार मक्खण शाह लुभाणे दी साखी क्यों सुनदा पिया? मैं विचों जुगती लभदा पिया कि मक्खण शाह लुभाणे कोल केड़ी जुगती सी अरदास दी। 26 साल जेड़ा गुरु भोरियां च बैठा रहा, जुगती केड़ी सी कि 26 साल भोरियां च बहन वाले नूं बाहर कढ लिया है। केड़ी जुगती सी? आखो सतनाम। केड़ी जुगती सी? बाबा जी फिर साडे ते किरपा कर दिओ भी 4 दिनां फिर तुसी जेड़ी जुगती विचों लभी भी केड़ी जुगती सी अरदास दी? ते बाबा नंद सिंह जी कहंदे मक्खण शाह लुभाणे ने गुरु तेग बहादुर दे चरनां विच अरदास करन तों पहलां अपने सिमरनी दे विच गुरु तेग बहादुर जी नूं लिआउंदा। गज के आखो सतनाम। अपनी सुरती च लिया, अपनी सिमरनी च लिया, ओदा दरबार अपनी सिमरती च लिया, ओदा शरीर अपनी सिमरती च लिया, ओदे गुण अपनी सिमरती। तू दयावान है, ओदा सुभाव सिमरती च लिया, ओदी वड्याई सिमरती च लियांदी। ए चीजां सिमरती च लियाउण नाल 26 साल भोरियां च बहण वाले नूं भी मोढा दे के बेड़ा बन्ने लाउण लई बाहर आउणा पै गया। गज के आखो सतनाम। ये सानू जुगती दे गए भी अरदास करन वेले तेरी सिमरती विच गुरु तेग बहादुर जी आ जाए। अरदास करन वेले तेरे सिमरती च उन्हां दा दरबार भी आ जाए। अरदास करन वेले तेरी सिमरती विच उन्हां दे गुण भी आ जाण। अरदास करन वेले तेरी सिमरती ओदे सुभाअ दी वड्याई भी आ जाए। आखो सतनाम। किवें नहीं पहुंचदी, किवें नहीं पहुंचदा। तो वो दोवां चौधरीआं दा झूठ निकल गया। गुरु अर्जन देव जी ने जुगती दे के 3जी क्लास चढ़ाता कि चंगे गम्मां वल रुझान। लेट हो गए हैं। बाबा हरनाम सिंह जी बीबी नूं कहण लगे इतना जाके गल करेंगी तो गल नहीं, गुरु नूं नाल लै। किवें? घर जाके 5 पाठ जपजी साहिब हाजरी लाई। गुरु गोबिंद सिंह जी नूं कहीं मैं गल करन लगी हां, नाल चलियो, गल तू करेंगी वरतणगे हो, नहीं तो गुस्सा ना करियो। शराब मीट छड्डण किहड़ा औखा है, किहड़ा सौखा है? जद घर च बड़िया हो, ये नरक निकल जे, बड़ी बड़ी लाटरी है, किहड़ा छड्डना सौखा है? ये पढ़ियो जिक्र सेक नेहा किताब। वो बीबी ने 5 पाठ जपजी साहिब हाजरी ला के गुरु गोबिंद सिंह जी अगे अरदास करके ते परिवार नाल गल छेड़ी। बाबा हरनाम सिंह जी ने भजन कीता
ਤੁਸੀਂ ਇਹਨਾਂ ਦੋਹਾਂ ਚੀਜ਼ਾਂ ਦਾ ਘਰ ਚੋਂ ਤਿਆਗ ਕਰ ਦਿਓ, ਗੁਰੂ ਨਾਨਕ ਤੁਹਾਡੀਆਂ ਪਰੇਸ਼ਾਨੀਆਂ ਦਾ ਤਿਆਗ ਕਰ ਦੇਣਗੇ। ਆਪਣੇ ਬੱਚਿਆਂ ਨੂੰ ਪੁੱਛਿਆ, ਪਤੀ ਨੂੰ ਪੁੱਛਿਆ ਵੀ ਦੱਸੋ ਕਰੋਗੇ ਤਿਆਗ? ਹੁਣ ਜਿਹੜੇ 5 ਪਾਠ ਜਪਜੀ ਸਾਹਿਬ ਕਰਕੇ ਕਲਗੀਧਰ ਨੂੰ ਨਾਲ ਲਿਆ ਸੀ, ਉਹ ਹਿਰਦੇ ਤੇ ਬਹਿ ਗਏ। ਪਤੀ ਵੀ ਤੇ ਬੱਚੇ ਵੀ ਪੁੱਤਰ ਵੀ ਕੀ ਕਹਿੰਦੇ? ਕਹਿੰਦੇ ਜਿਹੜੀਆਂ ਨਿੱਤ ਦੀਆਂ ਪਰੇਸ਼ਾਨੀਆਂ ਸਾਡੇ ਘਰ ਜੇ ਇਹ ਸਾਰੀਆਂ ਖਤਮ ਹੋ ਜਾਣ, ਅਸੀਂ ਇਹਨਾਂ ਦੋਹਾਂ ਚੀਜ਼ਾਂ ਦਾ ਤਿਆਗ ਕਰਨ ਨੂੰ ਤਿਆਰ ਹਾਂ। ਆਖੋ ਸਤਿ ਸ੍ਰੀ ਅਕਾਲ। ਤੇ ਚਲੋ ਅਗਲਾ ਜ਼ਿਕਰ ਬਹੁਤ ਪਿਆਰਾ ਹੈ। ਉਹ ਆ ਗਈ ਬੀਬੀ ਬਾਬਾ ਹਰਨਾਮ ਸਿੰਘ ਰਾਮਪੁਰ ਜੀ, ਮੰਨ ਗਏ ਨੇ। ਬਾਬਾ ਹਰਨਾਮ ਸਿੰਘ ਜੀ, ਆਪਣਾ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਉਸ ਵੇਲੇ ਇਹ ਪੰਕਤੀ ਬੋਲੀ, ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ। ਵੀ ਵੈਦ ਨੂੰ ਪੁੱਛਿਆ, ਦਵਾਈ ਖਾਧੀ ਪਰ ਪਰਹੇਜ ਨਾ ਰੱਖਿਆ, ਕੈਸੇ ਮਿਟਤ ਰੋਗ। ਗੱਜ ਕੇ ਆਖੋ ਸਤਿਨਾਮ। ਸੁਖ ਸਹਿਜ ਸਮਾਈਏ। ਇਹ ਤੇਰੇ ਘਰ ਆ ਪ੍ਰੋਬਲਮ ਸੀ, ਬਾਣੀ ਪੜੀ ਜਾ ਰਹੀ ਸੀ, ਪਰ ਉਹਨਾਂ ਚੀਜ਼ਾਂ ਕਰਕੇ ਪਰਹੇਜ ਨਹੀਂ ਸੀ, ਜਿਹਦੇ ਕਰਕੇ ਸੁਖ ਕਿਵੇਂ ਆ। ਮੈਂ ਹੈਰਾਨ ਰਹਿ ਗਿਆ। ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਆਪ ਉਸ ਬੀਬੀ ਦੇ ਘਰ ਚੱਲ ਕੇ ਗਏ, ਸਾਰੇ ਪਰਿਵਾਰ ਨੂੰ ਭਾਇਆ, ਕੋਈ ਆ ਦੋਵੇਂ ਚੀਜ਼ਾਂ ਦਾ ਤਿਆਗ ਕਰਨ ਲੱਗੇ ਹੋ ਜੀ, ਮਨ ਬਣਾਇਆ। ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਕਹਿੰਦੇ ਅਸੀਂ ਆਪਣੇ ਸੇਵਾਦਾਰਾਂ ਦੇ ਸਮੇਤ 5 ਬਾਣੀਆਂ ਦਾ ਪਾਠ ਉੱਚੀ ਬੋਲ ਕੇ ਕਰਾਂਗੇ, ਵਿੱਚ ਅਰਦਾਸ ਕਰਾਂਗੇ ਕਿ ਗੁਰੂ ਨਾਨਕ ਤੁਹਾਡੇ ਪਰਿਵਾਰ ਦੇ ਇਹੋ ਜਿਹੇ ਕਰਮ ਬਣਾ ਦੇਵੇ ਕਿ ਇਹ ਚੀਜ਼ਾਂ ਤੁਹਾਡੇ ਗੇਟ ਚੋਂ ਕਦੀ ਐਂਟਰ ਹੀ ਨਾ ਹੋਣ। ਹਾਏ ਹਾਏ, ਐਸੀ ਬਾਂਹ ਫੜੀ ਵੇਖੋ। ਉਹ ਮਹਾਂਪੁਰਸ਼ਾਂ ਨੇ ਜੀ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ, 5 ਬਾਣੀਆਂ ਦਾ ਪਾਠ ਉੱਚੀ ਬੋਲ ਕੇ ਕੀਤਾ। ਬੜੇ ਰਸ ਵਿੱਚ ਦੇਗ ਬਣਾਈ, ਅਰਦਾਸ ਕੀਤੀ ਗਈ ਗੁਰੂ ਸਾਹਿਬ ਦੇ ਅੱਗੇ। ਕਹਿੰਦੇ ਉਹ ਦੋਵਾਂ ਚੀਜ਼ਾਂ ਦਾ ਘਰ 'ਚ ਤਿਆਗ ਹੋ ਗਿਆ ਤੇ ਉਹ ਮਾਤਾ ਨੇ ਸ਼ੁਕਰਾਨੇ ਕਰਨੇ, ਸ਼ੁਕਰਾਨੇ। ਪਰੇਸ਼ਾਨੀਆਂ ਮੁੱਕ ਗਈਆਂ, ਜੰਜਾਲ ਮੁੱਕ ਗਏ, ਕਰਜ਼ੇ ਮੁੱਕ ਗਏ, ਜੋ ਕੁਝ ਕਿਸੇ ਦੇ ਵਾਰ, ਕੋਈ ਈਰਖਾ ਮੁੱਕ ਗਈਆਂ। ਜਦੋਂ ਸ਼ੁਕਰਾਨੇ ਕਰਨੇ ਕਿ ਮਹਾਂਪੁਰਸ਼ੋ ਮੈਨੂੰ ਨਹੀਂ ਸੀ ਆਸ ਕਿ ਮੇਰਾ ਨਰਕ ਵਰਗਾ ਘਰ ਆ ਤੀਜੀ ਕਲਾਸ ਚੜ ਜਾਏਗਾ, ਕਿ ਸ਼ੁਭ ਕੰਮਾਂ ਵੱਲ ਰੁਚੀ ਵੱਧ ਜਾਣੀ ਤੇ ਮਾੜੇ ਕੰਮਾਂ ਵੱਲ ਰੁਚੀ ਘਟ ਜਾਣੀ। ਇਹ ਗੁਰੂ ਨਾਨਕ ਦੇ ਘਰ ਦੀ ਤੀਜੀ ਕਲਾਸ ਹੈ। ਸਿਰ ਤੇ ਹੱਥ ਰੱਖਣਾ, ਅਗਲੀ ਵਾਰੀ ਚੌਥੀ ਕਲਾਸ ਦੀ ਆਪ ਜੀ ਸਿਰ ਤੇ ਹੱਥ ਰੱਖ ਕੇ ਸੇਵਾ ਲੈਣੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ। ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ, ਕਰ ਕਿਰਪਾ ਪ੍ਰਭ ਸਾਧ ਮੇਰੀ। ਬੋਲੇ ਸੋ ਨਿਹਾਲ। ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ।
ਪੂਰੇ ਭਾਰਤ ਵਿੱਚ 18 ਵੱਖ-ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ CBSE ਤੇ ਆਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ। ਲੋੜਵੰਦ ਬੱਚੀਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ ਅਤੇ ਨਾਲ ਹੀ ਨੌਜਵਾਨ ਬੱਚੇ ਬੱਚੀਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ। ਮੈਂ ਦੱਸਿਓ ਮਾਰਗ ਸੰਤੋ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765 25850। ਕੌਲਾਂ ਜੀ ਭਲਾਈ ਕੇਂਦਰ ਟਰਸਟ ਅਤੇ ਭਾਈ ਗੁਰਿਕਪਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ 5 ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ ਵੱਡੇ ਅਸਰ, ਅਨਮੋਲ ਬਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ। ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765 25850।